वास्ते असीं भज्जण नहीं दिंदे सरकार नूं। गलबात वास्ते जाणगे 30 जथे। पराली के ਜਿਹੜੇ प्रदूषण ਦੇ ਉੱਤੇ ਜੋ ਕਾਨੂੰਨ ਇਹਨਾਂ ਨੇ ਬਣਾਇਆ ਉਹ ਵੀ ਇੱਕ ਕਿਸਾਨ ਮਾਰੂ ਹੈ। ਕਿੰਨੇ ਕੁ ਵਜੇ ਤੁਰਨਾ ਤੁਸੀਂ? ਅਸੀਂ ਦੇਖੋ ਜੀ ਸਵੇਰੇ 4 ਵਜੇ ਇੱਥੋਂ ਨਿਕਲਾਂਗੇ। ਚ ਜਾਵਾਂਗੇ ਜ਼ਰੂਰ 30 ਜਥੇਬੰਦੀਆਂ, ਪਰ ਉਹ 'ਚੋਂ ਲੱਗਦਾ ਨਹੀਂ ਕੁਛ ਵੀ ਸਰਕਾਰ ਕਿਸਾਨਾਂ ਦੇ ਬਹੁਤਾ ਪੱਲੇ ਪਾਊ। ਵੀ ਇਹ ਜਿਹੜੇ ਕਾਨੂੰਨ ਨੇ ਲਾਗੂ ਹੋਣ ਤੋਂ ਬਾਅਦ ਸਾਡੇ ਤੇ ਕਿਹੜੀ ਗਾਜ ਡਿੱਗਣੀ ਆ, ਅਸੀਂ ਕਿਸ ਮੌਤ ਮਰਨਾ ਹੈ, ਇਸ ਕਰਕੇ ਸਾਨੂੰ ਪਤਾ ਹੈ ਉਹਨਾਂ ਨੇ ਤਾਂ ਬਣਾਏ ਨੇ। ਨਰਿੰਦਰ ਮੋਦੀ ਦੇ ਬਿਆਨ ਆਉਂਦੇ ਨੇ, ਜਿੱਥੇ ਹੁਣ ਇਲੈਕਸ਼ਨ 'ਚ ਗਿਆ ਸੀ ਬਾਹਰ, ਉੱਥੇ ਉਹ ਸਾਫ਼ ਹੀ ਕਹਿੰਦਾ ਰਿਹਾ ਵੀ ਜਿਹੜੇ ਕਾਲੇ ਕਾਨੂੰਨ ਨੇ ਕਿਸੇ ਵੀ ਕੀਮਤ 'ਤੇ ਅਸੀਂ ਵਾਪਸ ਨਹੀਂ ਲੈਂਦੇ। ਸੋ ਇਹ ਅਬਾਨੀਆਂ ਤੇ ਅਡਾਨੀਆਂ ਦੀ ਇਹ ਜਿੱਤ ਹੈ, ਨਾ ਕਿ ਇਹ ਮੋਦੀ ਦੀ ਜਿੱਤ ਹੈ ਜੋ ਉਹ ਸਾਰੀ ਪਲਾਨ। ਵੀ ਜਿੰਨਾ ਚਿਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਲੜਾਈ ਹੈ ਜਾਰੀ ਰਹੂਗੀ। ਸੋ ਦੋਸਤੋ, ਇਸ ਵਕਤ ਤੁਸੀਂ ਵੇਖ ਰਹੇ ਹੋ ਨਿਰਪੱਖ ਪੋਸਟ। ਮੈਂ ਹਾਂ ਮਨਦੀਪ ਸਿੰਘ ਔਰ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਬਹੁਤ ਅਹਿਮ ਮੀਟਿੰਗ ਹੋ ਕੇ ਹਟੀ ਹੈ। ਅਸੀਂ ਕਿਸਾਨ ਭਵਨ ਚੰਡੀਗੜ੍ਹ ਦੇ ਉਸ ਹਾਲ ਦੇ ਵਿੱਚ ਮੌਜੂਦ ਹਾਂ ਜਿੱਥੇ ਕਿਸਾਨ ਜਥੇਬੰਦੀਆਂ ਦੀ 3 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋ ਕੇ ਹਟੀ ਹੈ, ਕਿਉਂਕਿ ਕੱਲ ਜਿਹੜੀ ਹੈ ਇੱਕ ਦਿੱਲੀ ਦੇ ਵਿੱਚ ਮੀਟਿੰਗ ਸੱਦੀ ਗਈ ਹੈ ਕੇਂਦਰੀ ਮੰਤਰੀਆਂ ਵੱਲੋਂ। ਇਸ ਮੀਟਿੰਗ ਦੇ ਵਿੱਚ ਕੀ ਕੁਝ ਨਿਕਲ ਕੇ ਆਉਂਦਾ ਹੈ, ਕੀ ਨਿਰਣਾਇਕ ਫੈਸਲੇ ਅੱਜ ਲਏ ਗਏ ਨੇ। ਮੇਰੇ ਨਾਲ ਇਸ ਵਕਤ BKU ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਪੱਟੀਵਾਲ ਮੌਜੂਦ ਨੇ। ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ ਸਰ ਤੁਹਾਡਾ। ਸਭ ਤੋਂ ਪਹਿਲਾਂ ਇਹੀ ਜਾਣਨਾ ਚਾਹਾਂਗੇ ਜੀ ਕਿ ਕਿਹੜੇ ਫੈਸਲੇ ਲਏ ਗਏ ਨੇ ਇਸ ਮੀਟਿੰਗ ਦੇ ਵਿੱਚ, ਕਿ ਕੱਲ ਕਿਸ ਤਰੀਕੇ ਦੇ ਨਾਲ ਜਾਣਾ ਹੈ ਤੇ ਸਭ ਤੋਂ ਵੱਡੀ ਗੱਲ ਕਿਸ ਲਹਿਜੇ ਦੇ ਨਾਲ ਜਾਣਾ ਹੈਗਾ। ਜਿਹੜੇ ਅੱਜ ਫੈਸਲੇ ਲਏ ਗਏ ਨੇ, ਅੱਜ ਤਾਂ ਦਿੱਲੀ ਜਾਣ ਬਾਰੇ ਸਪੈਸ਼ਲ ਮੀਟਿੰਗ ਤੀ ਇਹ 30 ਕਿਸਾਨ ਜਥੇਬੰਦੀਆਂ ਦੀ। ਪਹਿਲਾਂ ਇਹ ਤੀ ਵੀ ਜਾਣਾ ਜਥੇਬੰਦੀਆਂ ਨੇ ਜਾਂ ਨਹੀਂ ਜਾਣਾ। ਇਹ ਅੱਜ ਫੈਸਲਾ ਹੋ ਗਿਆ ਸਰਬਸੰਮਤੀ ਦੇ ਨਾਲ ਵੀ 30 ਕਿਸਾਨ ਜਥੇਬੰਦੀਆਂ ਜਿਹੜਾ ਸਰਕਾਰ ਦਾ ਸੱਦਾ ਹੈ ਉਹਨੂੰ ਅਟੈਂਡ ਕਰਨਗੀਆਂ, ਉਹ 'ਚ ਦੇਖਣਗੀਆਂ ਸਰਕਾਰ ਦੀ ਕੀ ਰੂਪਰੇਖਾ ਹੈ। ਦੋਵੇਂ ਪਾਸਿਓਂ ਗੱਲਬਾਤ ਵਾਸਤੇ ਅਸੀਂ ਭੱਜਣ ਨਹੀਂ ਦਿੰਦੇ ਸਰਕਾਰ ਨੂੰ, ਗੱਲਬਾਤ ਵਾਸਤੇ ਜਾਣਗੀਆਂ 30 ਜਥੇਬੰਦੀਆਂ। ਜਿਹੜੀ ਇੱਕ ਜਥੇਬੰਦੀ ਨਹੀਂ ਹੈਗੀ, ਪਹਿਲਾਂ 31 ਸੀਗੀਆਂ, ਉਹ ਕਿਹੜੀ ਹੈਗੀ ਹੈ ਜਥੇਬੰਦੀ? ਉਹ ਤਾਂ ਤਾਲਮੇਲ ਵਿੱਚ ਪ੍ਰੋਗਰਾਮ ਰੱਖਦੇ ਤੇ BKU ਅਗਰਾਹਾਂ ਹੈ, ਉਹ ਇਹਦੇ ਵਿੱਚ ਸ਼ਾਮਲ ਨਹੀਂ ਹੈਗੀ। 30 ਜਥੇਬੰਦੀਆਂ ਦਾ ਪ੍ਰੋਗਰਾਮ, 30 ਜਥੇਬੰਦੀਆਂ ਦੀ ਉਹ ਮੀਟਿੰਗ ਹੈ, ਉਹਨਾਂ ਦਾ ਵੱਖਰਾ ਪ੍ਰੋਗਰਾਮ ਹੈ। ਠੀਕ ਹੈ। ਤੇ ਕਿਵੇਂ ਵੇਖਦੇ ਆ ਹੁਣ, ਕਿਉਂਕਿ ਇਹ ਮਸਲਾ ਜਿਹੜਾ ਹੈਗਾ ਪੂਰੇ ਭਾਰਤ ਦਾ ਹੀ ਮਸਲਾ ਹੈਗਾ ਇੱਕ ਤਰੀਕੇ ਦੇ ਨਾਲ, ਹੈ ਨਾ ਜੀ। ਔਰ ਪੰਜਾਬ ਨੂੰ ਸੱਦਾ ਭੇਜਿਆ ਗਿਆ ਹੈ ਕਿ ਪੰਜਾਬ ਇੱਕ ਮੋਢੀ ਜਿਹੜੀ ਭੂਮਿਕਾ ਨਿਭਾ ਰਿਹਾ ਹੈ ਕਿਸਾਨ ਵੀਰਾਂ ਨੂੰ ਲੈ ਕੇ। ਤਾਂ ਤੁਸੀਂ ਕਿਵੇਂ ਵੇਖਦੇ ਆ, ਪਹਿਲਾਂ ਜਿਹੜੀ ਮੀਟਿੰਗ ਹੋਈ ਸੀ ਚੀਫ ਸੈਕਟਰੀ ਦੇ ਨਾਲ ਮੀਟਿੰਗ ਕੀਤੀ ਗਈ ਸੀਗੀ, ਕਿਸਾਨਾਂ ਨੂੰ ਬੁਲਾਇਆ ਗਿਆ ਸੀ ਔਰ ਉਸ ਤੋਂ ਬਾਅਦ ਚੰਗੇ ਤਰੀਕੇ ਦੇ ਨਾਲ ਵਤੀਰਾ ਨਹੀਂ ਹੋਇਆ ਕਿਸਾਨਾਂ ਦੇ ਨਾਲ। ਕੱਲ੍ਹ ਦੀ ਮੀਟਿੰਗ ਨੂੰ ਕਿਸ ਤਰੀਕੇ ਨਾਲ ਕਿਸਾਨ ਵੇਖ ਰਹੇ ਨੇ? ਅਹਿਮ ਮੀਟਿੰਗ ਹੋ ਸਕਦੀ ਹੈ ਇਹ ਮੀਟਿੰਗ? ਸਰਕਾਰ ਦਾ ਸੱਦਾ ਹੈ, ਜਿਹਾ ਜਿਹਾ ਸੱਦਾ ਪਹਿਲਾਂ ਆਇਆ ਸੀ ਵੀ ਰਾਜਨਾਥ ਦੇ ਘਰ 'ਚ ਮੀਟਿੰਗ ਹੋਊਗੀ, ਉਹ ਫੈਸਲਾ ਬਦਲ ਲਿਆ ਸਰਕਾਰ ਨੇ। ਹੁਣ ਉਹਦੇ ਨਾਲ ਰੇਲਵੇ ਮੰਤਰੀ ਤੇ ਖੇਤੀਬਾੜੀ ਮੰਤਰੀ ਬੈਠਣਗੇ। ਉਹ 'ਚੋਂ ਦੇਖੋ ਮਾਹੌਲ ਤਾਂ ਸਰਕਾਰ ਨੇ ਉਹ ਜਿਹਾ ਬਣਾਇਆ ਨਹੀਂ ਹੈਗਾ। ਨਾ ਤਾਂ ਰੇਲਵੇ ਜਿਹੜੀ ਉਹ ਚਲਾਈ ਹੈ, ਜਿਹੜੇ ਮਾਲ ਗੱਡੀਆਂ ਨੇ ਉਹ ਬੰਦ ਨੇ ਬਿਲਕੁਲ। ਉਹ ਜਿਹਾ ਮਾਹੌਲ ਬਣਾਉਂਦੀਆਂ, ਵਧੀਆ ਮਾਹੌਲ 'ਚ ਗੱਲਬਾਤ ਹੁੰਦੀ, ਪਰ ਗੱਲਬਾਤ ਦਾ ਸੱਦਾ ਦਿੱਤਾ ਸਰਕਾਰ ਨੇ। ਗੱਲਬਾਤ 'ਚ ਜਾਵਾਂਗੇ ਜ਼ਰੂਰ 30 ਜਥੇਬੰਦੀਆਂ, ਪਰ ਉਹ 'ਚੋਂ ਲੱਗਦਾ ਨਹੀਂ ਕੁਛ ਵੀ ਸਰਕਾਰ ਕਿਸਾਨਾਂ ਦੇ ਬਹੁਤਾ ਪੱਲੇ ਪਾਊ। ਮਤਲਬ ਕਿ ਜਿੱਦਾਂ ਪਹਿਲਾਂ ਗੱਲ ਚੱਲ ਰਹੀ ਸੀ, ਰਾਜਨਾਥ ਸਿੰਘ ਦੇ ਵੀ ਬਿਆਨ ਆ ਰਹੇ ਸੀ ਕਿ ਤੁਸੀਂ ਆਓ, ਦੱਸਿਆ ਜਾ ਰਿਹਾ ਸੀ ਖਬਰਾਂ ਦੇ ਵਿੱਚ ਕਿ ਤੁਸੀਂ ਆਓ, ਅਸੀਂ ਇਕੱਲੀ ਗੱਲ ਨਹੀਂ ਕਰਨੀ, ਤੁਸੀਂ ਆ ਕੇ ਇੱਥੇ ਸਾਡੇ ਨਾਲ ਰੋਟੀ ਵੀ ਖਾਓਗੇ, ਲੰਗਰ ਵੀ ਛਕੋਗੇ, ਅਸੀਂ ਸੁਖਾਵੇਂ ਮਾਹੌਲ ਦੇ ਵਿੱਚ ਗੱਲ ਕਰਾਂਗੇ। ਤਾਂ ਤੁਹਾਡਾ ਕਹਿਣਾ ਹੈਗਾ ਕਿ ਇੱਕ ਸੁਖਾਵਾਂ ਮਾਹੌਲ ਨਹੀਂ ਤਿਆਰ ਕਰ ਰਹੀ ਜਿਹੜੀ ਸਰਕਾਰ ਹੈਗੀ ਆ? ਨਹੀਂ, ਮਾਹੌਲ ਤਾਂ ਸੁਖਾਵਾਂ ਹੈ ਹੀ ਨਹੀਂ। ਦੇਖੋ ਰੋਜ਼ ਨਰਿੰਦਰ ਮੋਦੀ ਦੇ ਬਿਆਨ ਆਉਂਦੇ ਨੇ, ਜਿੱਥੇ ਹੁਣ ਇਲੈਕਸ਼ਨ 'ਚ ਗਿਆ ਸੀ ਬਾਹਰ, ਉੱਥੇ ਉਹ ਸਾਫ਼ ਹੀ ਕਹਿੰਦਾ ਰਿਹਾ ਵੀ ਜਿਹੜੇ ਕਾਲੇ ਕਾਨੂੰਨ ਨੇ ਕਿਸੇ ਵੀ ਕੀਮਤ 'ਤੇ ਅਸੀਂ ਵਾਪਸ ਨਹੀਂ ਲੈਂਦੇ। ਪਰ ਜਥੇਬੰਦੀਆਂ ਇਸ ਗੱਲ ਤੇ ਅੜੀਆਂ ਹੋਈਆਂ ਨੇ। ਪੰਜਾਬ ਦਾ ਕਿਸਾਨ, ਪੰਜਾਬ ਦਾ ਆੜ੍ਹਤੀਆ, ਪੰਜਾਬ ਦਾ ਮਜ਼ਦੂਰ, ਪੰਜਾਬ ਦਾ ਕੁੱਲ ਵਰਗ ਇਸ ਗੱਲ ਤੇ ਵਜਿੱਦ ਹੈ ਵੀ ਜਿੰਨਾ ਚਿਰ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਲੜਾਈ ਹੈ ਜਾਰੀ ਰਹੂਗੀ। ਬਿਲਕੁਲ, ਦਰਸ਼ਕਾਂ ਨੂੰ ਦੱਸ ਦਈਏ ਕਿ ਪ੍ਰੈਸ ਕਾਨਫਰੰਸ, ਮਾਫ ਕਰਨਾ, ਇੱਕ ਵੀਡੀਓ ਕਾਨਫਰੰਸਿੰਗ ਕੀਤੀ ਸੀਗੀ ਨਰਿੰਦਰ ਮੋਦੀ ਨੇ ਆਪਣੇ ਜਿਹੜਾ ਉਹਨਾਂ ਦਾ ਹਲਕਾ ਹੈਗਾ ਵਾਰਾਣਸੀ, ਜਦੋਂ 600 ਕਰੋੜ ਦੇ ਪ੍ਰੋਜੈਕਟ ਉਹਨਾਂ ਨੇ ਲਾਗੂ ਕਰਨੇ ਸੀ, ਉਹਦੇ ਵਿੱਚ ਵੀ ਬਿਆਨ ਦਿੰਦੇ ਨੇ ਕਿ ਜਿਹੜੇ ਇਹ ਖੇਤੀ ਕਾਨੂੰਨ ਨੇ ਕਿਸਾਨਾਂ ਦੇ ਬੜੇ ਲਾਹੇਵੰਦ ਹੋਣਗੇ। ਸੋ ਆਪਣੇ ਆਪ ਦੇ ਵਿੱਚ ਸੋਚਣ ਵਾਲੀ ਗੱਲ ਹੈ ਕਿ ਇੱਕ ਪਾਸੇ ਕਿਸਾਨਾਂ ਨੂੰ ਬੁਲਾਇਆ ਜਾ ਰਿਹਾ ਹੈ ਤੇ ਦੂਜੇ ਪਾਸੇ ਕਿਸਾਨਾਂ ਨੂੰ ਇਸ ਤਰੀਕੇ ਦੇ ਨਾਲ ਮਤਲਬ ਕਿ ਵਿਚਾਰਾਂ ਦੇ ਨਾਲ ਠੇਸ ਵੀ ਪਹੁੰਚਾਈ ਜਾ ਰਹੀ ਹੈ। ਹਾਂ, ਉਹੀ ਗੱਲ ਆ, ਉਸੇ ਚੀਜ਼ ਦਾ ਅਸੀਂ ਉਹ ਸੋਚਦੇ ਹਾਂ। 30 ਜਥੇਬੰਦੀਆਂ ਇਸ ਗੱਲ ਨੂੰ ਸੋਚਦੀਆਂ ਨੇ ਵੀ ਇੱਕ ਪਾਸੇ ਤਾਂ ਗੱਲਬਾਤ ਵਾਸਤੇ ਸੱਦਾ ਦਿੱਤਾ ਜਾ ਰਿਹਾ ਹੈ। ਕਦੇ ਇਹ ਤਾਂ ਨਹੀਂ ਗੱਲ ਹੋਊਗੀ ਜਿੱਦਾਂ ਪਹਿਲਾਂ ਕਹਿੰਦੇ ਸੀ ਅਸੀਂ ਸਮਝਾਵਾਂਗੇ ਕਿਸਾਨਾਂ ਨੂੰ, ਕਦੇ ਇਹੀ ਤਾਂ ਨਹੀਂ ਵੀ ਸਮਝਾਉਣ ਵਾਸਤੇ ਬੁਲਾ ਰਹੇ ਨੇ ਇਸ ਵਾਰੀ? ਫਿਰ ਚਲੋ ਸਮਝੇ ਤਾਂ ਕਿਸਾਨ ਉਹਨਾਂ ਨੂੰ ਵੱਧ ਸਮਝੇ ਹੋਏ ਨੇ। ਕਿਸਾਨ ਇਹ ਆਰਡੀਨੈਂਸਾਂ ਦੇ ਖਿਲਾਫ ਵੱਧ ਤੋਂ ਵੱਧ ਜਾਣੂ ਨੇ। ਕੱਲੀ ਮੱਦ ਤੋਂ ਹਰੇਕ ਛੋਟੇ ਤੋਂ ਛੋਟਾ ਵਰਕਰ ਵੀ ਜਾਣੂ ਹੈ।
ਮੈਨੂੰ ਇਹ ਦੱਸੋ ਵੀ ਜਿਹੜੇ ਕਿਸਾਨ ਜਥੇਬੰਦੀਆਂ ਹੈਗੀ, ਕਿਸਾਨ ਆਗੂ ਹੈਗੇ, ਵੀ ਇਹਨਾਂ ਦੀ ਕਿੰਨੇ ਕੁ ਪੜ੍ਹੇ ਲਿਖੇ ਨੇ, ਇਹ ਜ਼ਰੂਰ ਦੱਸੋ, ਕਿਉਂਕਿ ਕਈ ਅਸੀਂ ਦੇਖਿਆ ਹੈਗਾ ਕਿ ਬਹੁਤ ਪੜ੍ਹੇ ਲਿਖੇ ਵੀ ਨੇ। ਤਾਂ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਕਿਸਾਨ ਆਗੂ ਜਿਹੜੇ ਕਹਿੰਦੇ ਰਹਿੰਦੇ ਨੇ ਉਹ ਕਿ ਅਸੀਂ ਸਮਝਾਵਾਂਗੇ, ਕੀ ਸਮਝਦਾਰ ਨਹੀਂ ਹੈਗੇ ਕਿਸਾਨ? ਦੇਖੋ, ਪੜ੍ਹੇ ਲਿਖੇ ਤਾਂ ਕਿਸਾਨ ਮੇਰਾ ਖਿਆਲ ਹੈ ਜਿਹੜੇ ਰਾਜ ਕਰਨ ਵਾਲੇ ਲੋਕ ਨੇ ਉਹਨਾਂ ਤੋਂ ਵੱਧ ਪੜ੍ਹੇ ਹੋਏ ਨੇ, ਉਹਨਾਂ ਤੋਂ ਵੱਧ ਡਿਗਰੀਆਂ ਨੇ ਸਾਡੇ ਕੋਲੇ, ਕਿਸਾਨਾਂ ਕੋਲੇ ਉਹਨਾਂ ਤੋਂ ਵੱਧ ਤਜਰਬਾ ਹੈ ਸਾਡੇ ਕੋਲੇ। ਪਰ ਸਾਨੂੰ ਸਮਝਾਉਣ ਦੀ ਗੱਲ ਤਾਂ ਇੱਕੋ ਰੱਟ ਲੱਗੀ ਹੋਈ ਹੈ ਮੋਦੀ ਸਰਕਾਰ ਦੀ, ਅਸੀਂ ਸਮਝਾਵਾਂਗੇ। ਪਹਿਲਾਂ ਪੰਜਾਬ ਬੀਜੇਪੀ ਦੀ ਰੱਟ ਲੱਗੀ ਹੋਈ ਸੀ, ਹੁਣ ਮੋਦੀ ਸਰਕਾਰ ਦੀ ਇਹ ਰੱਟ ਲੱਗੀ ਹੋਈ ਹੈ ਵੀ ਸਮਝਾਵਾਂਗੇ। ਸਮਝਾਉਣ ਨੂੰ ਕਿ ਹੁਣ ਕਿਸਾਨ ਬੇਵਕੂਫ ਨੇ, ਸਮਝੇ ਹੋਏ ਕਿਸਾਨ ਨੇ, ਜਿਹੜੇ 45-50 ਦਿਨਾਂ ਤੋਂ ਐਜੀਟੇਸ਼ਨ ਦੇ ਰਾਹ ਪਏ ਨੇ, ਆਪਦਾ ਘਰ-ਬਾਰ ਛੱਡਿਆ, ਰੇਲ ਦੀਆਂ ਲਾਈਨਾਂ ਤੇ ਬੈਠੇ ਨੇ, ਪਲੇਟਫਾਰਮਾਂ ਤੇ ਬੈਠੇ ਨੇ, ਉਹ ਬਿਨਾਂ ਸਮਝੇ ਕਰੀ। ਬਿਲਕੁਲ। ਔਰ ਵੈਸੇ ਵੀ ਬੰਦ ਕਮਰਿਆਂ ਦੇ ਵਿੱਚ, ਏਸੀਆਂ ਦੇ ਵਿੱਚ ਬਹਿ ਕੇ ਕਾਨੂੰਨ ਬਣਾ ਦਿੱਤੇ ਜਾਂਦੇ ਨੇ, ਪਰ ਜਿਹੜੇ ਕਿਸਾਨ ਗਰਾਊਂਡ ਰਿਐਲਿਟੀ ਵੇਖਦੇ ਨੇ, ਮਿੱਟੀ ਨਾਲ ਮਿੱਟੀ ਹੋ ਕੇ, ਉਹਨਾਂ ਨੂੰ ਅਸਲੀ ਪਤਾ ਹੁੰਦਾ ਕਿ ਅਸਲੀ ਜਿਹੜੀ ਕਾਨੂੰਨ ਹੈਗਾ ਉਹਦਾ ਜਦੋਂ ਲਾਗੂ ਹੋਣਾ ਉਹਦਾ ਅਸਰ ਕੀ ਹੋਵੇਗਾ। ਸੋ ਮੇਰਾ ਅਗਲਾ ਸਵਾਲ ਇਹੀ ਹੈਗਾ ਜੀ ਕਿ ਹੁਣ ਜਦੋਂ ਤੁਸੀਂ ਜਾ ਰਹੇ ਆ, ਹੈ ਨਾ ਜੀ, ਉਮੀਦ ਤੁਸੀਂ ਦੱਸੀ ਹੈ, ਪ੍ਰੈਸ ਕਾਨਫਰੰਸ ਦੇ ਵਿੱਚ ਵੀ ਦੱਸੀ ਆ ਕਿ ਬਹੁਤੀ ਅਸੀਂ ਉਮੀਦ ਨਹੀਂ ਕਰ ਰਹੇ। ਇੱਕ ਪ੍ਰਾਇਮਰੀ ਮੀਟਿੰਗ ਦੇ ਤੌਰ 'ਤੇ ਅਸੀਂ ਵੇਖ ਰਹੇ ਹਾਂ ਕਿ ਇੱਕ ਮੀਟਿੰਗ ਦੇ ਵਿੱਚ ਕੋਈ ਬਹੁਤਾ ਨਿਚੋੜ ਵੀ ਨਹੀਂ ਕੱਢਿਆ ਜਾ ਸਕਦਾ, ਔਰ ਤੁਸੀਂ ਵੀ ਇਹ ਵੇਖ ਰਹੇ ਆ। ਸੋ ਕਿੱਦਾਂ ਲੱਗਦਾ ਕਿ ਅੱਗੇ ਦੀ ਜਿਹੜੀ ਰਣਨੀਤੀ ਹੋਵੇਗੀ, ਕਿਉਂਕਿ ਦਿੱਲੀ ਸਰਕਾਰ ਨੇ, ਦਿੱਲੀ ਪੁਲਿਸ ਨੇ ਖਾਸ ਤੌਰ ਦੇ ਉੱਤੇ ਮਨਾ ਕਰਤਾ ਕਿ ਜਿਹੜਾ 26 ਤੇ 27 ਨੂੰ ਇਕੱਠ ਹੋਣ ਜਾ ਰਿਹਾ ਹੈ ਕਿਸਾਨਾਂ ਦਾ, ਕਿ ਅਸੀਂ ਨਹੀਂ ਹੋਣ ਦਿਆਂਗੇ, ਤਾਂ ਫਿਰ ਕਿਸਾਨ ਕਿੱਦਾਂ ਜਾਣਗੇ? ਦੇਖੋ, ਇਹ ਸਰਕਾਰ ਦੀ ਪਾਲਿਸੀ ਹੈ ਵੀ ਅਸੀਂ ਦਿੱਲੀ 'ਚ ਵੜ ਨਹੀਂ ਦੇਣਾ ਕਿਸਾਨਾਂ ਨੂੰ। ਕਿਸਾਨਾਂ ਨੇ ਪੂਰੀ ਧਾਰੀ ਹੋਈ ਹੈ। ਜਦੋਂ ਅਸੀਂ ਟਰੈਕਟਰ ਮਾਰਚ ਕਰਿਆ ਹੈ ਪੰਜਾਬ ਦੇ ਵਿੱਚ, ਮੇਰਾ ਖਿਆਲ ਹੈ ਮੈਂ ਸੰਗਰੂਰ ਜ਼ਿਲ੍ਹੇ ਨੂੰ ਬਿਲੋਂਗ ਕਰਦਾ, ਸੰਗਰੂਰ ਜ਼ਿਲ੍ਹੇ ਨੂੰ ਛੱਡ ਕੇ ਵੀ ਸਾਡੇ ਇੱਕ ਭਵਾਨੀਗੜ੍ਹ ਬਲਾਕ 'ਚ 700 ਟਰੈਕਟਰ, ਜਿਹਦੇ ਨਾਲ ਪ੍ਰਕਾਸ਼ ਚੰਦ ਗਰਗ ਦਾ ਘਰਾਓ ਕਰਿਆ ਸੀ ਘਰ ਦਾ। ਮੇਰਾ ਖਿਆਲ ਹੁਣ ਤਾਂ ਹਜ਼ਾਰਾਂ ਦੀ ਗਿਣਤੀ 'ਚ, ਜੇ ਅੰਮ੍ਰਿਤਸਰ ਤੋਂ ਲੈ ਕੇ ਦਿੱਲੀ ਤੱਕ ਟਰੈਕਟਰਾਂ ਦੀ ਲਾਈਨ ਨਹੀਂ ਟੁੱਟਣੀ ਜੇ ਦਿੱਲੀ ਨੂੰ ਜਾਣ ਦਿੱਤਾ। ਜੇ ਸਾਨੂੰ ਰਾਹ 'ਚ ਰੋਕਦੇ ਨੇ, ਉੱਥੇ ਲਾ ਲਾਂਗੇ ਡੇਰੇ। ਉੱਥੇ ਜਿਹੜੇ ਧਰਨੇ ਹੁਣ ਰਿਲਾਇੰਸ ਦੇ ਪੰਪਾਂ ਤੇ ਚੱਲਦੇ ਨੇ ਉਹ ਵੀ ਬਰਕਰਾਰ ਰਹਿਣਗੇ, ਸਟੇਸ਼ਨਾਂ ਤੇ ਚੱਲਦੇ ਨੇ ਉਹ ਵੀ ਬਰਕਰਾਰ ਰਹਿਣਗੇ। ਜਿਹੜਾ ਉਹ ਪਹਿਲਾ ਪ੍ਰੋਗਰਾਮ ਆ ਉਹ ਬਰਕਰਾਰ ਰਹੂਗਾ, ਪਰ ਹੁਣ ਵੱਡੇ ਮੋਰਚੇ, ਵੱਡੇ ਪਿੰਡ ਵਸ ਜਾਣਗੇ ਬਾਰਡਰਾਂ ਦੇ ਉੱਤੇ, ਕਿਸਾਨਾਂ ਦੇ ਉੱਥੇ ਰੋਟੀ ਟੁੱਕ ਹੋਊਗਾ, ਉੱਥੇ ਸਭ ਕੁਝ ਹੋਊਗਾ। ਇਸ ਵਕਤ ਮੇਰੇ ਨਾਲ ਮੌਜੂਦ ਨੇ ਬਲਦੇਵ ਸਿੰਘ ਸਰਸਾ ਜੀ, ਲੋਕ ਭਲਾਈ ਇਨਸਾਫ ਪਾਰਟੀ ਦੇ ਆਗੂ ਨੇ, ਕਿਸਾਨ ਆਗੂ ਨੇ, ਔਰ ਇਸ ਵਕਤ ਜਿਵੇਂ ਤੁਸੀਂ ਪਿੱਛੇ ਵੇਖ ਹੀ ਸਕਦੇ ਆ ਮੀਟਿੰਗ ਹੋ ਕੇ ਹਟੀ ਹੈ ਕਿਸਾਨ ਆਗੂਆਂ ਦੀ। ਔਰ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰੀ ਤੁਹਾਨੂੰ ਫੋਕਸ ਕਰਕੇ ਵਿਖਾ ਵੀ ਦੇਣ, ਪਿੱਛੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਤਸਵੀਰ ਬਣੀ ਹੋਈ ਹੈ, ਔਰ 14 ਨਵੰਬਰ ਨੂੰ ਇਸ ਵਾਰ ਦੀਵਾਲੀ ਆਉਣ ਵਾਲੀ ਹੈ, ਔਰ ਦੀਵਾਲੀ ਕਿਹਾ ਜਾ ਰਿਹਾ ਸੀ ਕਿਸਾਨਾਂ ਵੱਲੋਂ ਕਿ ਅਸੀਂ ਕਾਲੀ ਦੀਵਾਲੀ ਮਨਾਵਾਂਗੇ, ਪਰ ਕੇਂਦਰ ਸਰਕਾਰ ਨੇ ਸੱਦਾ ਭੇਜਿਆ ਹੈ ਕਿਸਾਨ ਆਗੂਆਂ ਨੂੰ ਮੀਟਿੰਗ ਦੇ ਲਈ। ਕੀ ਉਮੀਦਾਂ ਨੇ ਕਿਸਾਨਾਂ ਨੂੰ ਇਸ ਮੀਟਿੰਗ ਨੂੰ ਲੈ ਕੇ, ਔਰ ਕੀ ਮੁੱਖ ਮੰਗਾਂ ਮੋٹے ਤੌਰ ਦੇ ਉੱਤੇ ਕਿਸਾਨ ਲੈ ਕੇ ਚੱਲ ਰਹੇ ਨੇ, ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਵਾਗਤ ਕਰਦੇ ਹਾਂ ਸਰ ਤੁਹਾਡਾ। ਧੰਨਵਾਦ ਜੀ ਸਰ, ਮੈਂ ਇਹੀ ਕਹਾਂਗਾ ਸਭ ਤੋਂ ਪਹਿਲਾਂ ਤਾਂ ਕਿ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਜਿਹੜੀਆਂ ਮੁੱਖ ਮੰਗਾਂ ਕੱਲ੍ਹ ਦੀ ਮੀਟਿੰਗ ਦੇ ਵਿੱਚ ਕਿਸਾਨ ਲੈ ਕੇ ਚੱਲ ਰਹੇ ਨੇ ਕੇਂਦਰੀ ਮੰਤਰੀਆਂ ਦੇ ਸਾਹਮਣੇ, ਉਹ ਕਿਹੜੀਆਂ ਹੋਣਗੀਆਂ? ਦੇਖੋ, ਪਹਿਲਾਂ ਜੋ 3 ਕਾਲੇ ਕਾਨੂੰਨ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਬਣਾਏ ਗਏ ਨੇ, ਉਹ ਚੌਥਾ ਹੈਗਾ ਜੋ ਕਿ ਬਿਜਲੀ ਸੋਧ ਬਿੱਲ ਜਿਹੜਾ ਆ ਰਿਹਾ ਉਹ, ਤੇ ਇਹਦੇ ਵਿੱਚ ਕੁਝ ਮੰਗਾਂ ਐਸੀਆਂ ਹੁੰਦੀਆਂ ਨੇ ਕਿ ਜਿਹੜੀਆਂ ਸਮੇਂ ਦੇ ਨਾਲ ਜਿਹੜੀਆਂ ਵਧਣ ਜਾਂਦੀਆਂ, ਜਿਸ ਤਰ੍ਹਾਂ ਕਿ ਹੁਣ ਜਿਹੜਾ ਪ੍ਰਦੂਸ਼ਣ ਮਤਲਬ ਕਿ ਪਰਾਲੀ ਦੇ ਜਿਹੜੇ ਪ੍ਰਦੂਸ਼ਣ ਦੇ ਉੱਤੇ ਜੋ ਕਾਨੂੰਨ ਇਹਨਾਂ ਨੇ ਬਣਾਇਆ, ਉਹ ਵੀ ਇੱਕ ਕਿਸਾਨ ਮਾਰੂ ਹੈ, ਉਹ ਵੀ ਪੰਜਾਬ ਦੇ ਉੱਤੇ ਨਿਸ਼ਾਨਾ ਸਾਧਨ ਵਾਸਤੇ ਹੀ ਹੈ, ਜਿਹਦੇ ਵਿੱਚ 1 ਕਰੋੜ ਰੁਪਇਆ ਜੁਰਮਾਨਾ ਤੇ 5 ਸਾਲ ਦੀ ਜਿਹੜੀ ਸਜ਼ਾ ਰੱਖੀ ਗਈ ਆ ਉਹ ਵੀ ਵਿੱਚ ਹੈ। ਇਸੇ ਤਰ੍ਹਾਂ ਹੋਰ ਵੀ ਜਿਹੜੇ ਨੇ ਉਹ ਰੱਖੇ ਗਏ ਨਾਲ, ਜਿਵੇਂ ਕਿ ਬੁੱਧੀਜੀਵੀਆਂ ਦੀ ਜਿਹੜੀ ਰਿਹਾਈ ਹੈ ਉਹ ਹੈ। ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜਾ ਹੈ ਉਹ ਲੰਬੇ ਸਮੇਂ ਤੋਂ ਸੰਘਰਸ਼ ਵੀ ਚੱਲ ਰਿਹਾ, ਤੇ ਇਹ ਲੜਾਈ, ਇਹ ਮੁੱਖ ਮੰਗਾਂ ਨੇ ਸਾਡੀਆਂ ਵੀ ਕਾਲੇ ਕਾਨੂੰਨ ਜਿਹੜੇ ਨੇ ਉਹ ਰੱਦ ਕੀਤੇ ਜਾਣ। ਤੁਸੀਂ ਇਹਨਾਂ ਕਾਨੂੰਨਾਂ ਨੂੰ ਕਾਲੇ ਕਾਨੂੰਨ ਕਹਿ ਰਹੇ ਹੋ, ਲੇਕਿਨ ਮੋਦੀ ਸਰਕਾਰ ਜਾਂ ਬੀਜੇਪੀ ਦੇ ਆਗੂ ਹਲੇ ਵੀ ਇਹ ਕਹਿ ਰਹੇ ਨੇ ਕਿ ਜਿਹੜੀ ਬਿਹਾਰ ਦੇ ਵਿੱਚ ਜਿੱਤ ਹੋਈ ਹੈ ਸਾਡੀ, ਉਹ ਜਿੱਤ ਪ੍ਰਮਾਣ ਹੈ ਕਿ ਜਿਹੜੇ ਕਿਸਾਨਾਂ ਨੇ, ਜਿਹੜੇ ਮੋਦੀ ਸਰਕਾਰ ਨੇ ਕਿਸਾਨਾਂ ਲਈ ਜਿਹੜੇ ਬਿੱਲ ਬਣਾਏ ਨੇ ਕਿ ਇਹ ਲਾਹੇਵੰਦ ਨੇ। ਤੁਸੀਂ ਕਿਵੇਂ ਦਾ ਵੇਖਦੇ ਹੋ? ਦੇਖੋ, ਉਹ ਜੋ ਮਰਜ਼ੀ ਕਹੀ ਜਾਣ, ਜਿਨ੍ਹਾਂ ਨੇ ਬਣਾਏ ਨੇ ਇਹ ਕਾਲੇ ਕਾਨੂੰਨ, ਤੇ ਜਿਨ੍ਹਾਂ ਦੇ ਉੱਤੇ ਅਸਰ ਹੋਣਾ, ਜਿਨ੍ਹਾਂ ਵਾਸਤੇ ਇਹ ਮਾਰੂ ਨੇ ਕਾਨੂੰਨ, ਉਹਨਾਂ ਨੂੰ ਪਤਾ ਹੈ ਨਾ ਵੀ ਇਹ ਜਿਹੜੇ ਕਾਨੂੰਨ ਨੇ ਲਾਗੂ ਹੋਣ ਤੋਂ ਬਾਅਦ ਸਾਡੇ ਤੇ ਕਿਹੜੀ ਗਾਜ ਡਿੱਗਣੀ ਆ, ਅਸੀਂ ਕਿਸ ਮੌਤ ਮਰਨਾ ਹੈ। ਇਸ ਕਰਕੇ ਸਾਨੂੰ ਪਤਾ ਹੈ ਉਹਨਾਂ ਨੇ ਤਾਂ ਬਣਾਏ ਨੇ, ਉਹਨਾਂ ਦਾ ਤਾਂ ਨਿਸ਼ਾਨਾ ਇੱਕੋ ਇੱਕ ਹੈ, ਉਹ ਤੇ ਅਬਾਨੀਆਂ ਤੇ ਅਡਾਨੀਆਂ ਜਿਹੜਾ ਸਰਮਾਏਦਾਰ ਵਰਗ ਹੈ ਉਹ ਕੁਝ ਗਿਣਤੀ ਦੇ ਬੰਦਿਆਂ ਨੂੰ ਜਿਹੜਾ ਉਹ ਪ੍ਰਮੋਟ ਕਰ ਰਹੇ ਨੇ, ਜੋ ਲੋਕਾਂ ਦੀ ਸਾਰੀ 10 ਦੀ ਕਿਰਤ ਕਮਾਈ ਆ ਉਹ ਸਾਰੀ ਉਹਨਾਂ ਦੀ ਝੋਲੀ 'ਚ ਪਾਉਣਾ ਚਾਹੁੰਦੇ ਨੇ, ਉਹਨਾਂ ਦੇ ਖਜ਼ਾਨੇ ਭਰਨੇ ਚਾਹੁੰਦੇ ਨੇ। ਇਸ ਕਰਕੇ ਉਹਨਾਂ ਵਾਸਤੇ ਤਾਂ ਇਹ ਸਾਰਾ ਕੁਝ ਠੀਕ ਹੈ, ਲੇਕਿਨ ਇਸ ਚੀਜ਼ ਦਾ ਸਾਨੂੰ ਪਤਾ ਵੀ ਇਹ ਕਾਲੇ ਕਾਨੂੰਨ ਜਿਹੜੇ ਨੇ ਉਹ ਕਿਉਂ ਨੇ। ਤੇ ਇਹਦੇ ਵਿੱਚ ਅਸੀਂ ਜਿਹੜਾ ਬੀਜੇਪੀ ਜਿਹੜੀ ਆ ਉਹ ਹੋਰ ਵੀ ਬਹੁਤ ਕੁਝ ਕਹਿ ਰਹੀ ਆ। ਉਹ ਕਹਿੰਦੇ ਨੇ ਕਿ ਅਸੀਂ ਜਿਹੜਾ ਹੈ ਇਹ, ਉਹਨਾਂ ਦੇ ਵਰਕਰ ਇਹ ਗੱਲ ਕਹਿ ਰਹੇ ਨੇ, ਲੀਡਰ ਇਹ ਗੱਲ ਕਹਿ ਰਹੇ ਨੇ ਕਿ ਜਿਨ੍ਹਾਂ ਕਿਸਾਨ ਸੰਗਠਨਾਂ ਨੇ ਇਹ ਮੋਰਚਾ ਲਾਇਆ ਬਿੱਲਾਂ ਦੇ ਖਿਲਾਫ,
ਉਹਨਾਂ ਦੇ ਮੂੰਹ ਤੇ ਚਪੇੜ ਹੈ। ਅਸੀਂ ਜਿੱਤ ਗਏ। ਮੈਂ ਉਹਨਾਂ ਲੋਕਾਂ ਤੋਂ ਇੱਕ ਪੁੱਛਣਾ ਚਾਹੁੰਦਾ ਕਿ ਤੁਸੀਂ ਇੱਕ ਗੱਲ ਦੱਸੋ ਵੀ ਤੁਹਾਡੀ ਜਿਹੜੀ ਜਿੱਤ ਹੋਈ ਹੈ ਉਹ ਕਿੱਡੀ ਕੁ ਵੱਡੀ ਜਿੱਤ ਹੈ। ਇਹ ਠੀਕ ਹੈ ਕਿ ਤੁਸੀਂ ਜਿੱਤ ਗਏ, ਪਰ ਕਿੰਨੀਆਂ ਸੀਟਾਂ ਤੁਸੀਂ ਵੱਧ ਲਈਆਂ, ਕਿੰਨੀਆਂ ਵੋਟਾਂ ਤੇ ਤੁਸੀਂ ਜਿੱਤੇ, ਔਰ ਕਿਹੜੇ ਹੱਥ ਕੰਡੇ ਅਪਣਾਏ। ਉੱਥੋਂ ਦੀ ਜਿੱਤ ਦਾ ਕਾਰਨ ਪਹਿਲਾਂ ਇਹ ਲਵਾਂਗਾ ਕਿ ਜਿਹੜਾ ਨਿਤਿਸ਼ ਕੁਮਾਰ ਹੈ ਉਹਦੀ ਆਪਣੀ ਛਵੀ ਵੀ ਹੈ। ਦੂਸਰੀ ਗੱਲ ਇਹ ਹੈ ਕਿ ਜਿਹੜਾ ਇਹਨਾਂ ਨੇ ਮੋਦੀ ਨੇ ਜਿਹੜਾ ਹਿੰਦੂ ਵੋਟ ਨੂੰ ਕੈਪਚਰ ਕਰਨ ਵਾਸਤੇ ਜਿਹੜਾ ਇਹਨਾਂ ਨੇ ਜੰਮੂ ਕਸ਼ਮੀਰ ਦਾ ਮੁੱਦਾ ਉੱਥੇ ਛਾਲਿਆ, ਉੱਥੇ ਕਿਸਾਨਾਂ ਦੇ ਨਾਲ ਵੀ ਛਾਲਿਆ, ਲੇਕਿਨ ਸਭ ਤੋਂ ਵੱਡੀ ਜਿਹੜੀ ਜਿੱਤ ਦਾ ਕਾਰਨ ਉਹ ਹੈ ਅਬਾਨੀ ਤੇ ਅਡਾਨੀ, ਰੁਪਈਆ ਸਭ ਦਾ ਪਣਵਈਆ। ਮਤਲਬ ਕਿ ਉੱਥੇ ਵੋਟ ਦੇ ਜਿਹੜਾ ਨੋਟ ਦੇ ਨਾਲ ਵੋਟ ਜਿਹੜੀ ਆ ਉਹ ਖਰੀਦੀ ਗਈ ਆ। ਕਿਸ ਹਿਸਾਬ ਦੇ ਨਾਲ ਤੁਸੀਂ ਖਬਰਾਂ ਪੜ੍ਹ ਰਹੇ ਜੇ ਕਿ ਜਿਸ ਪਿੰਡ ਦੇ 'ਚ ਇੱਕ ਵੀ ਝੰਡਾ ਨਹੀਂ ਸੀ, ਤੇ ਜਦੋਂ ਸਵੇਰੇ ਉਸ ਪਿੰਡ ਦੇ ਵਿੱਚ ਗਏ ਤੇ ਸਾਰੇ ਘਰਾਂ ਤੇ ਝੰਡੇ ਲੱਗੇ ਸੀ। 50,000 ਰੁਪਇਆ, 80,000 ਰੁਪਇਆ, ਲੱਖ ਰੁਪਇਆ ਦੇ ਕੇ ਘਰਾਂ ਦੇ ਉੱਤੇ ਸਿਰਫ ਕੇਵਲ ਝੰਡੇ ਲਵਾਏ ਗਏ। ਜਿਹੜੇ ਝੰਡੇ ਲਵਾਉਣ ਦੇ ਨੇ ਪੈਸੇ ਦੇ ਸਕਦੇ ਨੇ, ਉਹ ਵੋਟਰ ਨੂੰ ਖਰੀਦਣ ਵਾਸਤੇ ਕਿਵੇਂ ਦਿੱਤੇ ਗਏ ਹੋਣਗੇ। ਸੋ ਇਹ ਅਬਾਨੀਆਂ ਤੇ ਅਡਾਨੀਆਂ ਦੀ ਇਹ ਜਿੱਤ ਹੈ, ਨਾ ਕਿ ਇਹ ਮੋਦੀ ਦੀ ਜਿੱਤ ਹੈ ਜੋ ਉਹ ਸਾਰੀ ਪਲੈਨਿੰਗ। ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ। ਔਰ ਜਿਵੇਂ ਸਿੰਘ ਸਾਹਿਬ ਨੇ ਦੱਸਿਆ ਹੈਗਾ ਕਿ ਰੁਪਈਆ ਸਭ ਦਾ ਭਣਵਈਆ, ਸੋ ਪੈਸੇ ਦੀ ਗੇਮ ਜਿਹੜੀ ਆ ਉਹ ਖੇਡੀ ਜਾ ਰਹੀ ਹੈ ਬੀਜੇਪੀ ਵੱਲੋਂ। ਔਰ ਬੁੱਧੀ ਜੀ ਵੀ ਇਹ ਕਹਿੰਦੇ ਨੇ ਕਿ ਜਿਹੜਾ ਭਾਰਤ ਦੇ ਉੱਤੇ ਜਿਹੜੀ ਰਾਜ ਕਰ ਰਹੀ ਹੈ ਇਸ ਵਕਤ ਧਿਰ, ਉਹ ਬੀਜੇਪੀ ਸਰਕਾਰ ਨਹੀਂ ਹੈ ਬਲਕਿ ਅੰਬਾਨੀ ਤੇ ਅਡਾਨੀ ਕਰ ਰਹੇ ਨੇ ਇਸ ਵਕਤ। ਸੋ ਨਿਚੋੜ ਅਸੀਂ ਕੱਢ ਲਈਏ ਕਿ ਕੱਲ੍ਹ ਦੀ ਜਿਹੜੀ ਮੀਟਿੰਗ ਹੋਵੇਗੀ ਉਹ ਕੋਈ ਸਾਰਥਕ ਉਹਦੇ ਵਿੱਚ ਕੋਈ ਪੱਖ ਨਿਕਲ ਕੇ ਆ ਸਕਦਾ। ਦੇਖੋ, ਮੈਂ ਇੱਕ ਗੱਲ ਕਰਾਂ ਕਿ ਮੋਦੀ ਦੀ ਜਿਹੜੀ ਪਾਰਟੀ ਹੈ ਬੀਜੇਪੀ, ਇਹਦੇ ਸਹਿਯੋਗੀ ਜਿਹੜੇ ਨੇ ਉਹ ਆਪਣੇ ਆਪ ਨੂੰ ਸ੍ਰੀ ਰਾਮ ਚੰਦਰ ਜੀ ਦੇ ਬਹੁਤ ਵੱਡੇ ਭਗਤ ਅਖਾਉਂਦੇ ਨੇ, ਜਿਨ੍ਹਾਂ ਨੇ ਬਾਬਰੀ ਮਸਜਿਦ ਢਵਾ ਕੇ ਤੇ ਉੱਥੇ ਮੰਦਿਰ ਬਣਾਇਆ। ਪਰਸੋਂ ਦੀਵਾਲੀ ਹੈ, ਕੱਲ੍ਹ ਸਾਡੀ ਮੀਟਿੰਗ ਹੈ, 14 ਤਰੀਕ ਨੂੰ ਦੀਵਾਲੀ ਹੈ। ਹੁਣ ਸ੍ਰੀ ਰਾਮ ਚੰਦਰ ਜੀ ਜਦੋਂ 14 ਸਾਲ ਦਾ ਬਨਵਾਸ ਕੱਟ ਕੇ ਤੇ ਵਾਪਸ ਆਏ ਸਨ, ਤੇ ਉਸ ਟਾਈਮ ਤੇ ਲੋਕਾਂ ਨੇ ਉਸ ਟਾਈਮ ਤੇ ਖੁਸ਼ੀ ਦੀ ਮਾਲਾ ਕੀਤੀ ਸੀ। ਔਰ ਸਾਡਾ ਜਿਹੜਾ ਹੈ ਇਹ ਅਤੇ ਜਿਹੜਾ ਦੀਵਾਲੀ ਦਾ ਤਿਉਹਾਰ ਹੈ ਇਹ ਬੰਦੀ ਛੋੜ ਦਿਵਸ ਦੇ ਨਾਲ ਜੁੜਦਾ ਹੈ। 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਸਾਹਿਬ ਜੀ ਜਦੋਂ ਗਵਾਲੀਅਰ ਤੋਂ ਰਿਹਾ ਕੇ ਆਏ ਤੇ ਉਸ ਵਕਤ ਹੀ ਅੰਮ੍ਰਿਤਸਰ ਜਦੋਂ ਪਹੁੰਚੇ ਤੇ ਸਿੱਖਾਂ ਨੇ ਖੁਸ਼ੀ ਦੀ ਦੀਪਮਾਲਾ ਜਿਹੜੀ ਘਿਓ ਦੇ ਦੀਵੇ ਜਗਾ ਕੇ ਦੀਪਮਾਲਾ ਜੀ। ਹੁਣ ਇਹ ਵੇਖਣਾ ਹੈ ਕਿ ਕੱਲ੍ਹ ਨੂੰ ਸਾਨੂੰ ਬੁਲਾ ਤਾਂ ਲਿਆ ਹੈ ਦੀਵਾਲੀ ਤੋਂ ਇੱਕ ਦਿਨ ਪਹਿਲਾਂ, ਕਿ ਮੋਦੀ ਜਿਹੜਾ ਆਪਣੇ ਆਪ ਨੂੰ ਸ੍ਰੀ ਰਾਮ ਦਾ ਬਹੁਤ ਵੱਡਾ ਭਗਤ ਕਹਿੰਦਾ ਹੈ, ਕਿ ਉਹਦੀ ਪਾਰਟੀ ਇਹ ਸਾਨੂੰ ਜਿਹੜੇ ਕਿਸਾਨ ਅਸੀਂ ਲੰਬੇ ਸਮੇਂ ਤੋਂ ਸੜਕਾਂ ਬੈਠੇ ਹਾਂ, ਰੇਲਾਂ ਦੀਆਂ ਪਟੜੀਆਂ ਦੇ ਬੈਠੇ ਹਾਂ, ਮੌਲਾਂ ਤੇ ਬੈਠੇ ਹਾਂ, ਸੜਕਾਂ ਦੀ ਧੂੜ ਫੱਕ ਰਹੇ ਹਾਂ, ਤੇ ਇਹ ਕੀ ਸਾਨੂੰ ਉੱਥੋਂ ਜਿਹੜਾ ਹੈ ਇਹ ਤੋਹਫਾ ਜਿਹੜਾ ਦੀਵਾਲੀ ਦਾ ਤੋਹਫਾ ਦੇ ਕੇ ਭੇਜਦਾ ਕਿ ਜਾਂ ਸਾਨੂੰ ਇੱਥੇ ਹੀ ਰੱਖਦਾ। ਸੋ ਇਹ ਕੱਲ੍ਹ ਦੀ ਮੀਟਿੰਗ ਤੋਂ ਬਾਅਦ ਜਿਹੜਾ ਜੋ ਫੈਸਲਾ ਹੋਏਗਾ ਉਹ ਤੁਹਾਡੇ ਸਾਹਮਣੇ ਆਏਗਾ ਜੀ। ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਬਲਦੇਵ ਸਿੰਘ ਸਿਰਸਾ ਜੀ। ਕੱਲ੍ਹ ਜਿਹੜਾ ਤੁਸੀਂ ਰਵਾਨਾ ਹੋ ਰਹੇ ਹੋ ਦਿੱਲੀ ਲਈ, ਕਿੰਨੇ ਕੁ ਵਜੇ ਤੁਰਨਾ ਹੈ ਤੁਸੀਂ? ਅਸੀਂ ਦੇਖੋ ਜੀ ਸਵੇਰੇ 4 ਵਜੇ ਇੱਥੋਂ ਨਿਕਲਾਂਗੇ ਤੇ ਉੱਥੇ 11 ਵਜੇ ਮੀਟਿੰਗ ਹੈ, ਕਿਉਂਕਿ ਦਿੱਲੀ ਆਊਟਸਕਰਟ ਜਾ ਕੇ ਰਸ਼ ਸ਼ੁਰੂ ਹੋ ਜਾਂਦਾ, ਉੱਥੇ ਸਪੀਡ ਬੜੀ ਘੱਟ ਜਾਂਦੀ ਹੈ। ਇਸ ਕਰਕੇ 11 ਵਜੇ ਅਸੀਂ ਵਿਗਿਆਨ ਭਵਨ ਪਹੁੰਚਣਾ ਜੀ, ਤੇ ਬੱਸ ਆ ਜੂਗੀ ਸਵੇਰੇ 3:30 ਵਜੇ। ਅਸੀਂ ਇਕੱਠੇ ਨਿਕਲਾਂਗੇ ਇੱਥੋਂ ਸਾਰੇ 4 ਵਜੇ ਸਵੇਰੇ ਜੀ ਜੀ। ਬਹੁਤ ਬਹੁਤ ਧੰਨਵਾਦ। ਸੋ ਮੈਂ ਚਾਹੁੰਦਾ ਨਹੀਂ ਸੀ ਕਿ ਬਹੁਤੀ ਗੱਲ ਕਰਾਂ, ਕਿਉਂਕਿ ਮੈਨੂੰ ਪਤਾ ਹੈਗਾ ਸਵੇਰ ਦੇ ਲੱਗੇ ਹੋਏ ਨੇ ਔਰ ਅੱਜ ਵੀ ਸਾਰਾ ਦਿਨ ਮੀਟਿੰਗਾਂ ਦੇ ਵਿੱਚ ਬੀਤਿਆ ਹੈਗਾ। ਰਾਜੇਵਾਲ ਸਾਹਿਬ ਵੀ ਇੱਥੇ ਆਏ ਹੋਏ ਸੀਗੇ ਔਰ ਉਹ ਵੀ ਤਿਆਰੀ ਕਰਨ ਲੱਗੇ ਹੋਏ ਨੇ, ਕਿਉਂਕਿ ਪੇਪਰ ਵਰਕ ਵੀ ਬੜਾ ਇੰਪੋਰਟੈਂਟ ਹੈਗਾ। ਕਿਉਂਕਿ ਸਰਕਾਰਾਂ ਜਿਹੜੀਆਂ ਨੇ ਉਹ ਮੂੰਹ ਜਵਾਨੀ ਜਿਹੜੀ ਗੱਲ ਕਹਿ ਦਿੰਦੀਆਂ ਨੇ ਬਾਅਦ ਵਿੱਚ ਮੁੱਕਰ ਜਾਂਦੀਆਂ ਨੇ, ਤਾਂ ਇੱਕ ਲਿਖਤੀ ਦੇ ਵਿੱਚ ਜਿਹੜੇ ਪ੍ਰੂਫ ਹੋਣੇ ਚਾਹੀਦੇ ਨੇ, ਲਿਖਤੀ ਦੇ ਵਿੱਚ ਖਰੜਾ ਜਿਹੜਾ ਤਿਆਰ ਹੋਣਾ ਉਹ ਬਹੁਤ ਜ਼ਰੂਰੀ ਹੈ। ਔਰ ਖਰੜਾ ਤਿਆਰ ਕਰਨ ਦੇ ਵਿੱਚ ਵੀ ਸਮਾਂ ਲੱਗਦਾ ਹੈ, ਘੋਖਣਾ ਪੈਂਦਾ ਹੈ, ਵੇਖਣਾ ਪੈਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਕੀ ਰੱਖੀਏ ਕੇਂਦਰ ਸਰਕਾਰ ਦੇ ਮੂਹਰੇ, ਕਿਉਂਕਿ ਜਿਹੜੀ ਲੈਂਗੁਏਜ ਹੁੰਦੀ ਹੈ, ਜਿਹੜੀ ਭਾਸ਼ਾ ਹੁੰਦੀ ਹੈ ਉਹ ਵੀ ਬੜੀ ਅਹਿਮੀਅਤ ਰੱਖਦੀ ਹੈ ਕਿ ਕਿਸ ਤਰੀਕੇ ਦੇ ਨਾਲ ਕਿਹੜੀ ਭਾਸ਼ਾ ਹੋਵੇ। ਕਿਉਂਕਿ ਤੁਸੀਂ ਜਿਵੇਂ ਵੇਖਿਆ ਵੀ ਹੈਗਾ ਕਿ ਖੇਤੀ ਬਿੱਲਾਂ ਦੇ ਵਿੱਚ ਜਿਹੜੀ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਸੀ ਬੜੀ ਪੇਚੀਦਾ ਭਾਸ਼ਾ ਸੀਗੀ। ਉਸ ਬਿੱਲਾਂ ਨੂੰ ਸਮਝਣ ਦੇ ਲਈ ਵੀ ਬੁੱਧੀਜੀਵੀਆਂ ਦਾ ਸਹਾਰਾ ਲੈਣਾ ਪੈਂਦਾ ਹੈ। ਜਦੋਂ ਬਿੱਲ ਪੜ੍ਹਦੇ ਹਾਂ ਇਸ ਤਰੀਕੇ ਦੀ ਲੈਂਗੁਏਜ ਲਿਖੀ ਹੁੰਦੀ ਹੈ ਕਿ ਆਮ ਇਨਸਾਨ, ਪੜ੍ਹਾ ਲਿਖਾ ਇਨਸਾਨ ਵੀ ਉਹਨੂੰ 2 ਵਾਰੀ ਸੋਚਣਾ ਪੈਂਦਾ ਹੈ, ਚੰਗੇ ਪੜ੍ਹੇ ਲਿਖੇ ਨੂੰ ਵੀ, ਕਿ ਇਹ ਲਿਖਿਆ ਕੀ ਹੈ, ਇਹਦਾ ਮਤਲਬ ਕੀ ਬਣਦਾ ਹੈ। ਸੋ ਬਹੁਤ ਕੁਝ ਕੱਲ੍ਹ ਨਿਕਲ ਕੇ ਆ ਸਕਦਾ ਹੈ ਔਰ ਬਹੁਤ ਕੁਝ ਨਿਕਲ ਕੇ ਨਹੀਂ ਵੀ ਆ ਸਕਦਾ। ਪਰਸੋਂ ਦੀਵਾਲੀ ਹੈ ਔਰ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਤਸਵੀਰ ਤੁਹਾਨੂੰ ਵਿਖਾ ਰਹੇ ਹਾਂ, ਪਿੱਛੇ ਲੱਗੀ ਹੋਈ ਹੈ। ਔਰ ਉਮੀਦ ਕਰਦੇ ਹਾਂ ਕਿ ਜਿਵੇਂ ਗੱਲ ਮੈਂ ਪਹਿਲਾਂ ਕੀਤੀ ਹੈ ਕਿ ਦਾਲ ਰੋਟੀ ਘਰ ਦੀ ਤੇ ਦੀਵਾਲੀ ਅੰਮ੍ਰਿਤਸਰ ਦੀ, ਉਮੀਦ ਕਰਦੇ ਹਾਂ ਕਿ ਤੁਹਾਡੀ ਦੀਵਾਲੀ ਵੀ ਚੰਗੀ ਗੁਜ਼ਰੇਗੀ ਔਰ ਕਿਸਾਨਾਂ ਦੀ ਦੀਵਾਲੀ ਵੀ ਚੰਗੀ ਗੁਜ਼ਰੇਗੀ। ਔਰ ਪੰਜਾਬ ਦੇ ਵਿੱਚ ਕਿਹਾ ਜਾ ਰਿਹਾ ਸੀ ਜਿਹੜੀ ਕਾਲੀ ਦੀਵਾਲੀ ਹੋਵੇਗੀ ਉਹ ਕਾਲੀ ਦੀਵਾਲੀ ਨਹੀਂ ਹੋਵੇਗੀ, ਦੀਵਾਲੀ ਰੁਸ਼ਨਾਵੇਗੀ। ਇਸੇ ਉਮੀਦ ਦੇ ਨਾਲ ਇਹ ਵੀਡੀਓ ਨੂੰ ਮੈਂ
ਸਮਾਪਤ ਕਰਦਾ। ਮੇਰੇ ਨਾਲ ਮੇਰਾ ਸਾਥ ਦੇ ਰਹੇ ਸਨ ਕੈਮਰਾਮੈਨ ਕੁਲਵਿੰਦਰ ਸਿੰਘ, ਮੈਂ ਅਮਨਦੀਪ ਸਿੰਘ। ਤੁਸੀਂ ਵੇਖਦੇ ਰਹੋ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਧੰਨਵਾਦ। पंजाब ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।